सतनाम करता पुरख निरभौ निर्वैर अकाल मूरत अजूनी सैभं गुर प्रसाद तंडी बंदिश मैं कोई ना डिठा तू नानक मन भाणा कोल कुम्हाई तिस मित्र विचोले जय मिल कंत पछाणा सतनाम वाहिगुरु साहिब जियो। श्लोक महला पहला। जिन्हें न पायो प्रेम रस कंत न पायो साओ। सुने घर का पाहुणा ज्यों आया त्यों जाओ। जिन्हें ना पायो प्रेम रस कंत न पायो साओ। सुने घर का पाहुणा ज्यों आया त्यों जाओ। महला पहला। सौ ओला में दिन के राती मिलन सहंस। सिफत सलाहन छड़ के करंगी लगा हंस। फिट इवे हा जीविया जित खाए वधाया पेट। नानक सच्चे नाम विण सबहो दुश्मन हेत। पौड़ी। ढाडी गुण गावै नित जन्म सवारिया। गुरमुख सेव सलाह सचा उर धारिया। घर दर पावै महल नाम प्यारिया। गुरमुख पाया नाम हाँ गुर को वारिया। तू आप सवार है आप सिरजन हारिया। गुरमुख पाया नाम हाँ गुरु को वारिया। तू आप सवारें आप सिरजन हारिया। वाहिगुरु जी का खालसा वाहिगुरु जी की फतेह। जुगो जुगा टल। धन धन गुरु ग्रंथ साहिब जी गुरु पातशाह जी दी अपार बख्शिश। शाम समय सत्संगत दे पल सानू प्राप्त होए ने। गुरबाणी कीर्तन आप सरवण कर रहे सी। हुण समा है गुर शब्द व्याख्यान दा। इस विच सूही की वार गुरु अमरदास साहब दा पावन संदेश सानू प्राप्त है। पावन बचन जो मुसलसल कथा करदियां हैं सानू प्राप्त ने। 16 नंबर पौड़ी ते नाल दे श्लोक ने। एक श्लोक समुच्चा असी विचारिया सी बीते कल तो पिछले रोज़। अगलेरे श्लोक की जस्ट असी शुरुआत कर रहे सी। सुआओ जिथे बचन असी समेटिया सीगा पॉज किया सीगा उत्थों ही असी दा कंटिन्यू कर रहे हाँ। जिवें पहला श्लोक सी जिन्हीं ना पायो प्रेम रस कंत ना पायो साओ।
ਜੀਵਨ ਜੀਣ ਦਾ ਇੱਕ ਰਸ ਹੈ, ਇੱਕ ਜੀਵਨ ਜੀਣ ਦੀ ਇੱਕ ਸੈਟਿਸਫੈਕਸ਼ਨ ਆ। ਜਦੋਂ ਬੰਦਾ ਉਹ ਮਿਸ ਕਰ ਜਾਂਦਾ, ਉਸਨੂੰ ਪ੍ਰਾਪਤ ਨਹੀਂ ਕਰ ਪਾਉਂਦਾ, ਮਹਾਰਾਜ ਬਿਆਨ ਕਰਦੇ ਨੇ ਜੀਵਨ ਮੀਨਿੰਗਲੈਸ ਹੋ ਜਾਂਦਾ। ਸੋ ਉਹਦੀ ਬਾਤ ਹੋ ਰਹੀ ਸੀ ਕਿ ਜਿਨੀ ਨਾ ਪਾਇਓ ਪ੍ਰੇਮ ਰਸ। ਤੇ ਜੀਵਨ ਦਾ ਦੂਜਾ ਮਤਲਬ ਇਹ ਹੈ ਪਿਆਰ ਵੰਡਣਾ, ਪਿਆਰ ਪ੍ਰਾਪਤ ਕਰਨਾ। ਜੇ ਬੰਦੇ ਦੇ ਕੋਲੇ ਸਨੇਹਤਾ ਨਹੀਂ, ਇਹ ਖਲੂਸ ਨਹੀਂ, ਇਹ ਨਿੱਘ ਨਹੀਂ, ਜੀਵਨ ਨਹੀਂ ਚੱਲ ਸਕਦਾ। ਦਾਨੇ ਲੋਕਾਂ ਦਾ ਬਚਨ ਹੈ, ਉਹ ਕਹਿੰਦੇ ਨੇ ਸਾਡੇ ਸਰੀਰ ਦੇ ਵਿੱਚ ਇੱਕ ਖਾਸ ਕਿਸਮ ਦੀ ਗਰਮਾਇਸ਼ ਹੁੰਦੀ ਹੈ, ਜਿਹਨੂੰ ਅਸੀਂ ਟੈਂਪਰੇਚਰ ਕਹਿੰਦੇ ਹਾਂ, ਦਰਜੇ ਹਰਾਰਾ। ਜੇ ਉਹ ਟੈਂਪਰੇਚਰ ਸਰਟਨ ਲੈਵਲ ਤੋਂ ਥੱਲੇ ਚਲਾ ਜਾਏ ਤੇ ਬੰਦਾ ਠੰਡਾ ਪੈ ਜਾਂਦਾ, ਸਰੀਰ ਸ਼ਿਥਲ ਹੋ ਜਾਂਦਾ ਹੈ, ਲਾਈਕ ਅ ਸਟੋਨ। ਐਗਜ਼ੈਕਟਲੀ ਬੰਦੇ ਦੇ ਸੁਭਾਅ ਵਿੱਚ, ਬੰਦੇ ਦੇ ਮਿਲ ਵਰਤਨ ਵਿੱਚ, ਬੰਦੇ ਦੇ ਰਹਿਣ ਸਹਿਣ ਦੇ ਵਿੱਚ ਇੱਕ ਨਿੱਘ ਹੈ। ਜਦੋਂ ਨਿੱਘ ਨਹੀਂ ਰਹਿੰਦਾ ਤੇ ਇਹਦੀਆਂ ਕਈ ਡਿਫਰੈਂਟ ਲੇਅਰਸ ਨੇ। ਜੀਵਨ ਜੀਂਦਿਆਂ ਹੋਇਆਂ ਇੱਕ ਰਸ ਨੂੰ, ਇੱਕ ਉਸ ਅਹਿਸਾਸ ਨੂੰ ਪ੍ਰਾਪਤ ਕਰਨਾ। ਛੋਟੀ ਜਿਹੀ ਐਗਜ਼ਾਮਪਲ ਦੇਵਾਂ, ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਓ। ਮੇਰੇ ਕੋਲ ਕਾਫੀ ਸਾਲ ਪਹਿਲਾਂ ਇੱਕ ਕੇਸ ਆਇਆ ਸੀ। ਉਹ 'ਚ ਹੋਇਆ ਇਹ ਕਿ ਬੱਚੀ ਸਿੱਖੀ ਪਰਿਵਾਰ ਦੇ ਵਿੱਚ ਪੈਦਾ ਹੋਈ, ਪਲੀ ਵੱਡੀ, ਬੜੀ ਪਿਆਰੀ ਬੱਚੀ, ਪੜ੍ਹਨ ਨੂੰ ਬੜੀ ਇੰਟੈਲੀਜੈਂਟ, ਬੜੀ ਸ਼ਾਰਪ। ਅਤੇ ਅਰਾਊਂਡ ਯੂਨੀਵਰਸਿਟੀ ਗਈ, 2 ਸੈਕਿੰਡ ਈਅਰ ਸੀ ਯੂਨੀਵਰਸਿਟੀ ਦਾ ਮੇਰਾ ਖਿਆਲ ਆ ਉਹਦਾ। ਐਂਡ she just announced that I don't want to be sick anymore. I'm going to follow some other belief system. ਫੈਮਿਲੀ ਨੂੰ ਬੜਾ ਸ਼ੌਕ ਲੱਗਾ। ਆਖਰਕਾਰ ਉਹ, ਤੇ ਅਕਸਰ ਮੈਂ ਬੇਨਤੀ ਕਰਦਾ, ਇੱਥੇ ਕਾਲਸ ਆਉਂਦੀਆਂ ਰਹਿੰਦੀਆਂ, ਇਹੋ ਜਿਹੀਆਂ ਗੱਲਾਂ ਹੁੰਦੀਆਂ। ਅਤੇ ਕੁਝ ਫੈਮਿਲੀ ਦੇ ਸਨੇਹੀ ਸੀਗੇ, ਉਹਨਾਂ ਨੇ ਮੈਨੂੰ ਕਾਲ ਕੀਤੀ। ਅਤੇ ਮੈਂ ਜਦੋਂ ਬਹੁਤ, ਜਿਹਨੂੰ ਕਹਿ ਲਓ ਕਿ ਪ੍ਰਾਇਮਰੀ ਲੈਵਲ ਦੀ ਗੱਲਬਾਤ ਕੀਤੀ, ਅਤੇ ਉਹ ਪਤਾ ਲੱਗਾ ਪਰਿਵਾਰ ਬੜਾ ਵਧੀਆ ਹੈ, ਪੜ੍ਹਿਆ ਲਿਖਿਆ ਹੈ, ਐਸੀ ਕੋਈ ਗੱਲ ਨਹੀਂ ਹੈਗੀ ਕੋਈ ਬਹੁਤ ਵੱਡਾ ਇਸ਼ੂ ਹੋਏ ਇਸ ਤਰੀਕੇ ਦੇ ਨਾਲ। ਜਦੋਂ ਡੀਪ ਡਾਊਨ ਕੀਤਾ, ਥੋੜ੍ਹਾ ਹੋਰ ਡਿਗ ਡਾਊਨ ਕਰਨ ਦੀ ਟਰਾਈ ਕੀਤੀ, ਫਿਰ ਪਤਾ ਲੱਗਾ ਜਦੋਂ ਬੜੀ ਸ਼ੁਰੂਆਤ ਸੀ ਇਸ ਫੈਮਿਲੀ ਦੀ, ਦੇ ਵਰ ਸਟਰਗਲਿੰਗ ਓਵਰ ਹੇਅਰ ਵੈਨ ਦੇ ਕੇਮ ਹੇਅਰ, ਦੇ ਵਰ ਡੂਇੰਗ ਔਡ ਜੋਬਸ। ਬੱਚੇ ਜਿਸ ਨੇਬਰਹੁੱਡ 'ਚ ਰਹਿੰਦੇ ਸੀ, ਇਕੱਲੇ ਸੀਗੇ, ਬੜੇ ਵਲਨਰੇਬਲ ਸੀਗੇ। ਇਹਨਾਂ ਕੋਲ ਬਹੁਤ ਸਾਰੇ ਟੋਇਜ਼ ਨਹੀਂ ਸੀ ਹੁੰਦੇ ਖੇਡਣ ਵਾਸਤੇ, ਬਹੁਤ ਸਾਰਾ ਸਮਾਨ ਨਹੀਂ ਸੀ ਹੁੰਦਾ। ਨੇਬਰਹੁੱਡ ਦੇ ਕੁਝ ਬੱਚਿਆਂ ਨੂੰ ਇਹ ਵੇਖਦੇ ਸੀ, ਵਿਚਾਰੇ ਤਰਸਦੇ ਸੀ। ਇਹੋ ਜਿਹੀਆਂ ਚੀਜ਼ਾਂ ਹੋਈਆਂ। ਉਸੇ ਸਮੇਂ ਦੇ ਵਿੱਚ ਕੋਈ 5ਵਾਂ 6ਵਾਂ ਘਰ ਸੀਗਾ ਕਿਸੇ ਦਾ, ਅਤੇ ਉੱਥੇ ਇੱਕ ਉਹਨਾਂ ਦੇ ਬੱਚੇ ਇਹਨਾਂ ਬੱਚਿਆਂ ਨਾਲ ਪਲੇਅ ਕਰਦੇ ਸੀਗੇ। ਅਤੇ ਉਹਨਾਂ ਨੇ ਅਕਸਰ ਇਹਨਾਂ ਦੇ ਬੱਚਿਆਂ ਨੂੰ ਬੁਲਾਉਣਾ, ਉਹਨਾਂ ਨੂੰ ਬੜਾ ਪਿਆਰ ਕਰਨਾ, ਬੜਾ ਸਨੇਹ ਕਰਨਾ। ਅਤੇ ਈਵਨ ਜਦੋਂ ਮੇਰੀ ਗੱਲਬਾਤ ਹੋ ਰਹੀ ਸੀ, ਉਹਨਾਂ ਦਿਨਾਂ ਦੇ ਵਿੱਚ ਬੱਚੀ ਨੂੰ ਥੋੜ੍ਹਾ ਫਲੂ ਹੋਇਆ ਸੀਗਾ। ਅਤੇ ਉਹ ਕਹਿੰਦੀ ਕਿ ਉਹ ਮੈਨੂੰ, ਉਹ ਆਂਟੀ ਜਿਹੜੀ ਸੀ, ਉਹ ਸ਼ੀ ਵਾਜ਼ ਵਿਜ਼ਿਟਿੰਗ ਯੈਸਟਰਡੇ ਟੂ ਮੀ ਫॉर ਵਟ। ਉਹ ਮੇਰੇ ਵਾਸਤੇ ਕੁਝ ਸੂਪ ਬਣਾ ਕੇ ਲਿਆਈ ਸੀ। ਹੁਣ ਸੂਪ ਜਿਹੜਾ ਆ, ਇਹ ਬੜਾ ਵਾਰਮ ਹੁੰਦਾ ਆ, ਅਤੇ ਸਿੰਬੋਲਿਕ ਵੇ ਨਾਲ ਦੇਖੋਗੇ ਤੁਸੀਂ, ਅਤੇ ਐਕਚੁਅਲ ਲੈਵਲ 'ਤੇ ਉਸ ਔਰਤ ਦੇ ਨਾਲ ਦਾ ਬੜੀ ਵਾਰਮ, ਬੜੀ ਕੋਜ਼ੀ ਅਤੇ ਬੜੀ ਨੇੜਲੀ ਰਿਲੇਸ਼ਨਸ਼ਿਪ ਸੀਗੀ। ਹੁਣ ਜਦੋਂ ਡੀਪ ਲੈਵਲ 'ਤੇ ਦੇਖਿਆ ਗਿਆ ਅਤੇ ਪਤਾ ਇਹ ਲੱਗਾ ਐਕਚੁਅਲੀ ਉਸ ਫੈਮਿਲੀ ਤੋਂ ਹੀ ਇਹ ਬਿਲੀਫ ਸਿਸਟਮ ਆ ਰਿਹਾ। ਹੁਣ ਅਤੇ ਹੋਇਆ ਕੀ ਸੀਗਾ ਕਿ ਜਿਹੜਾ ਪਿਆਰ ਸੀਗਾ, ਜਿਹੜਾ ਸਨੇਹ ਸੀਗਾ, ਉਹ ਲੈਕ ਕਰ ਰਿਹਾ ਸੀ ਪਰਿਵਾਰ। ਉਸਨੇ ਉਸ ਪਿਆਰ, ਉਸ ਸੁਨੇਹ ਨੂੰ ਉਹਨਾਂ ਦੇ ਬੱਚਿਆਂ ਤੱਕ ਪਹੁੰਚਦਾ ਕਰ ਦਿੱਤਾ। ਜਦੋਂ ਗੱਲਬਾਤ ਕੀਤੀ, ਉਹ ਕਹਿੰਦੇ ਕਿ ਉਹਨਾਂ ਦਿਨਾਂ 'ਚ ਅਸੀਂ ਬੜੇ ਅਪਸੈਟ ਸੀਗੇ, ਅਸੀਂ ਤਾਂ ਬਸ ਝਗੜਦੇ ਹੀ ਰਹਿੰਦੇ ਸੀਗੇ, ਬੱਚਿਆਂ ਨਾਲ ਤਾਂ ਗੱਲਬਾਤ ਹੀ ਨਹੀਂ ਸੀ ਹੁੰਦੀ। ਸੋ ਦੈਟ ਮੀਨ ਕਿਡਸ ਵਰ ਲੈਕਿੰਗ ਦੈਟ ਕਾਈਂਡ ਆਫ ਯੂ ਕੈਨ ਸੇ ਕਲੋਜ਼ਨੈਸ ਔਰ ਲਵ ਔਰ ਇੰਟਰੈਕਸ਼ਨ ਉੱਧਰੋਂ ਮਿਲ ਰਹੀ ਸੀ। ਹੁਣ
ਹੁਣ ਉਹ ਮੈਨੂੰ ਕਹਿਣ ਕਿ ਹੁਣ ਤਾਂ ਸਾਰਾ ਕੁਝ ਠੀਕ ਆ, ਹੁਣ ਤਾਂ ਸਾਡੇ ਕੋਲ ਬਿਜ਼ਨਸ ਵੀ ਹੈ, ਘਰ ਵੀ ਹੈ, ਸਾਰਾ ਕੁਝ, ਨੇਬਰਹੁੱਡ ਵੀ ਛੱਡ ਗਏ ਹਾਂ, ਸਭ ਕੁਝ ਹੋ ਗਿਆ। ਭਾਈ ਬਿਨਾਂ ਸ਼ੱਕ ਛੱਡ ਜਾਓ ਤੁਸੀਂ। ਜਿਹੜੇ ਬੀਜ ਸੀਗੇ ਉਹ ਤੇ ਬੀਜੇ ਗਏ, ਹੁਣ ਤੇ ਬਸ ਫਲ ਵੱਢਣੇ ਨੇ, ਕਿਉਂਕਿ ਉਹਦੀ ਕਲਟੀਵੇਸ਼ਨ ਤੇ ਹੋ ਚੁੱਕੀ ਹੈ ਆਲਰੇਡੀ। ਜਸਟ ਹੁਣ ਤੇ ਇਹ ਹੈ ਕਿ ਇਹ ਉਹ ਚੀਜ਼ਾਂ ਆਲਰੇਡੀ ਆ ਚੁੱਕੀਆਂ ਨੇ। ਸੋ ਇੱਥੇ ਜਾ ਕੇ ਜਦੋਂ ਇਹ ਸਾਰੀ ਬਾਤ ਜਿਵੇਂ ਮੈਂ ਤੁਹਾਨੂੰ ਬਿਆਨ ਕਰ ਰਿਹਾ, ਇਸ ਤੋਂ ਥੋੜ੍ਹੀ ਡਾਇਰੈਕਟ ਲੈਂਗੁਏਜ ਯੂਜ਼ ਕੀਤੀ ਹੋਏਗੀ, ਇਹ ਸਭ ਬਿਆਨ ਕੀਤਾ। ਆਈ ਕੈਨ ਸੀ ਉਹਨੂੰ ਲੱਗਾ ਕੈਨੇਡਾ ਆਉਣਾ ਬੇਈਮਾਨੀ ਹੋ ਗਿਆ। ਈਵਨ ਇੱਕ ਲੈਵਲ ਤੇ ਬੱਚੇ ਪੈਦਾ ਕਰਨਾ ਬੇਈਮਾਨੀ ਹੋ ਗਿਆ। ਫਿਰ ਇੱਕ ਲੈਵਲ ਤੇ ਪਤਾ ਲੱਗਾ ਕਿ ਲਾਈਫ ਦੇ ਕੀ ਮੀਨਿੰਗ ਰਹਿ ਗਏ। ਫਿਰ ਇਹ ਹੈ ਜਿਨੀ ਨਾ ਪਾਇਓ ਪ੍ਰੇਮ ਰਸ। ਗੁਰੂ ਮਹਾਰਾਜ ਬਿਆਨ ਕਰਦੇ ਜੀਵਨ ਦੇ ਹਰ ਪਲ ਨੂੰ, ਹਰ ਸਮੇਂ ਨੂੰ, ਹਰ ਵਕਤ ਨੂੰ, ਹਰ ਮੁਹਿੰਮ ਨੂੰ, ਉਹਨੂੰ ਇੰਜੋਏ ਕਰੋ। ਈਵਨ ਸਫਰਿੰਗ ਦਾ ਟਾਈਮ ਵੀ ਇੰਜੋਏ ਕਰਨ ਦਾ ਟਾਈਮ ਆ। ਜਿਹੜੇ ਸਮੇਂ 'ਚ ਬੜੀ ਸਟਰਗਲ ਆ, ਇਹ ਨਹੀਂ ਕਿ ਉਦੋਂ ਤੁਸੀਂ ਪਿਆਰ ਕਰਨਾ ਭੁੱਲ ਜਾਓ, ਤੁਸੀਂ ਸਨੇਹ ਕਰਨਾ ਭੁੱਲ ਜਾਓ। ਤੇ ਸਨੇਹ ਪਿਆਰ ਦੀ ਸਭ ਤੋਂ ਜਿਹੜੀ ਹਾਇਰ ਲੈਵਲ ਹੁੰਦਾ ਉਹ ਹੁੰਦੀ ਭਗਤੀ, ਬੰਦਗੀ। ਬੰਦਾ ਕਿਸੇ ਹਾਇਰ ਸੋਰਸ ਦੇ ਨਾਲ ਆਪਣੇ ਆਪ ਨੂੰ ਅੰਗੇਜ ਕਰਦਾ ਹੈਗਾ। ਜੇ ਮੈਂ ਕਈ ਵਾਰੀ ਬਿਆਨ ਕਰਦਾ, ਜੋ ਸਾਨੂੰ ਬਹੁਤ ਮੁਸ਼ਕਿਲ ਲੱਗੇ ਨਾ, ਵੀ ਜੇ ਬਾਣੀ ਬਿਆਨ ਕਰਦੀ ਹੈ ਵੀ ਜਾਂ ਕੋ ਮੁਸ਼ਕਿਲ ਅੱਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸੌਖ ਵੀ ਭੱਜ ਖਲੇ। ਮਤਲਬ ਇੰਨੀ ਮੁਸ਼ਕਿਲ ਬਣ ਜੇ ਬੰਦੇ ਲੱਗੇ ਮੇਰਾ ਕੋਈ ਸਾਥ ਨਹੀਂ, ਮੇਰੀ ਤਾਂ ਕੋਈ ਬਾਂਹ ਫੜਨ ਵਾਲਾ ਹੈ ਹੀ ਨਹੀਂਗਾ। ਜਦੋਂ ਇਹੋ ਜਿਹੇ ਹਾਲਾਤ ਵੀ ਬਣ ਜਾਣ, ਉਦੋਂ ਪਤਾ ਕੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਯਾਦ ਕਰੋ। ਕੱਚੀ ਗੜੀ ਦੇ ਵਿੱਚ 40 ਤੋਂ ਥੋੜ੍ਹੀ ਜਿਹੀ ਗਿਣਤੀ ਵੱਧ ਹੈ ਭੁੱਖਣ ਪਾਣੇ ਸਿੱਖ ਨੇ। ਕੱਚੀ ਗੜੀ ਹੈ, ਕੋਈ ਬਹੁਤ ਵੱਡਾ ਕਿਲਾ ਨਹੀਂ, ਕੋਈ ਬਹੁਤ ਵੱਡੇ ਉਹਨਾਂ ਕੋਲੋਂ ਆਰਟਰੀ ਨਹੀਂ, ਕੋਈ ਬਹੁਤ ਵੱਡੀ ਉਹਨਾਂ ਕੋਲ ਜਿਹੜੀ ਹੈ ਸਮਾਨ ਸਾਜੋ ਸਮਾਨ ਨਹੀਂ ਗਾ, ਕੁਛ ਨਹੀਂ। ਤੇ ਛਪੇਰੇ ਮੁਲਖਈਆ ਇਕੱਠਾ ਹੋਇਆ। ਮਤਲਬ ਇਸ ਤਰੀਕੇ ਦੇ ਨਾਲ ਹਾਲਾਤ ਬਣੇ ਪਏ ਨੇ। ਤੇ ਇਹੋ ਜਿਹੀਆਂ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਨੇ, ਡਰਾਉਣ ਵਾਲੀਆਂ, ਮਾਰਨ ਵਾਲੀਆਂ, ਇਹ ਸਭ ਚੀਜ਼ਾਂ ਹੋ ਰਹੀਆਂ ਨੇ। ਐਸੀ ਉਹ ਸਾਰੇ ਸਮੇਂ ਦੇ ਵਿੱਚ ਰਾਤ ਪਈ ਹੈ। ਤੇ ਰਾਤ 'ਚ ਗੁਰੂ ਸਾਹਿਬ ਸਿੱਖਾਂ ਨੂੰ ਕਹਿੰਦੇ ਨੇ ਆਰਾਮ ਕਰੋ। ਆਪ ਅੰਦਾਜ਼ਾ ਲਾਓ ਕੈਸੀ ਰਾਤ ਹੋਏਗੀ ਉਹ। ਹੁਣ ਗੁਰੂ ਸਾਹਿਬ ਤੋਂ ਸਿੱਖੋ ਪਿਆਰ ਕੀ ਹੁੰਦਾ ਹੈ, ਸਨੇਹ ਕੀ ਹੁੰਦਾ ਹੈ, ਖਲੂਸ ਕੀ ਹੁੰਦੀ ਹੈ, ਮੁਹੱਬਤ ਕੀ ਹੁੰਦੀ ਹੈ। ਤੇ ਮੁਹੱਬਤ ਉਹਦੇ ਬਾਰੇ ਜਿਹਨੇ ਜੀਵਨ ਦਿੱਤਾ ਹੈ, ਮਤਲਬ ਜੀਵਨ ਦੀ ਸੰਪੂਰਨਤਾ ਇਹਦੇ ਵਿੱਚ। ਕਈ ਵਾਰ ਸਾਡੇ ਬੰਦੇ ਤੇ ਇਸ ਚੀਜ਼ ਨੂੰ ਸਮਝ ਵੀ ਨਹੀਂ ਪਾਉਂਦੇ। ਮੈਂ ਦੇਖਦਾ ਮੁਸਲਮਾਨ ਲਿਖਾਰੀ ਹੈ ਹਕੀਮ ਅੱਲਾ ਯਾਰ ਖਾਂ ਜੋਗੀ, ਜਦੋਂ ਰਾਤ ਦਾ ਦ੍ਰਿਸ਼ ਖਿੱਚਦਾ ਨਾ, ਕਮਾਲ ਕਰ ਦਿੰਦਾ, ਮਾਰਮਿਕ। ਮਤਲਬ ਇੰਝ ਲੱਗਦਾ ਹੈ ਵੀ ਕਮਾਲ ਕੀਤੀ ਬੰਦੇ ਨੇ, ਬਿਲਕੁਲ ਉਸ ਲੈਵਲ ਤੇ ਜਾ ਕੇ ਉਹਨੇ ਬਾਤ ਕੀਤੀ। ਉਹ ਕਹਿੰਦੇ ਵੀ ਸਾਰੇ ਕੁਝ ਪਹਿਰੇ ਦੇ ਰਹੇ ਨੇ, ਕੁਝ ਸੋ ਗਏ ਨੇ, ਸਾਰੇ ਸਫਾ ਵਿਛਾ ਕੇ ਸਰੂਪ ਦੇ ਵਿੱਚ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਉਹ ਸੁੱਤੇ ਨਹੀਂ। ਤੇ ਇਹ ਵੀ ਨਹੀਂ ਕਿ ਉਹ ਬਹੁਤ ਪਰੇਸ਼ਾਨ ਹੋਣ, ਪਸ਼ੇਮੀਨ ਹੋਣ ਨਾ। ਉਹ ਕਹਿੰਦਾ ਉਹ ਆਪਣੇ ਅਸਲ ਕਾਜ ਵਿੱਚ ਲੱਗੇ ਨੇ। ਉਹਨਾਂ ਦਾ ਕਾਜ ਕੀ ਹੈ? ਉਹ ਕਹਿੰਦਾ 1.5 ਘੜੀ ਗੁਜਰੀ ਜਬ ਜ਼ਿਕਰੇ ਖੁਦਾ ਮੇਂ। ਉਹ ਆਪਣਾ ਚੰਗੇਰਾ ਲੰਬਾ ਸਮਾਂ ਉਹਨਾਂ ਨੇ ਰੱਬੀ ਇਬਾਦਤ ਵਿੱਚ ਬਤੀਤ ਕੀਤਾ। ਬਿਲਕੁਲ ਭਜਨ ਬੰਦਗੀ ਵਿੱਚ ਆਸਨ ਲਾ ਕੇ ਬੈਠੇ ਨੇ ਉਹ ਆਪਣੇ ਮੌਜ ਵਿੱਚ। 1.5 घड़ी गुजरी जब जिक्र खुदा में, खेमे से निकल आए सरकार हवा में। बड़े सहज कदमां दे नाल समाधि तो उपर उठे ने ते हवेली दे बाहर खुले दे विच टहल रहे ने, जिवें कोई बहुत वधिया बाग दी सैर कर रहा हो, बड़े आराम दे नाल। वो कहता 1.5 घड़ी गुजरी जब जिक्र खुदा में, खेमे से निकल आए सरकार हवा में। कदमों से टहलते हैं और दिल है दुआ में। कदम टहल कदमी कर रहे ने ते दिल विच दुआवां ने। दुआवां पता की ने? ये नहीं भी रब्बा बचा ली, रब्बा किते वेखी किते आ ना हो जना। एक मोमन लिखारी लिखता 1.5 घड़ी गुजरी जब जिक्र खुदा में, खेमे से निकल आए सरकार हवा में। कदमों से टहलते हैं और दिल है दुआ में। कहते हैं खुदावंद खुश हूं तेरी रजा में। या खुदाया इस तो खुशी का माहौल हो नहीं सकता। बहुत खुश हाँ, बहुत शुक्रिया तेरा, बड़ा धन्यवाद। जीवन के हर पल ਨੂੰ ਮਾਣਿਆ ਜਾ ਸਕਦਾ ਹੈ। ਇਹ ਨਹੀਂ ਤੇ ਜਦੋਂ ਗੁਰੂ ਸਾਹਿਬ ਜਫਰਨਾਮਾ ਲਿਖਦੇ ਉਦੋਂ ਵੀ ਬਿਆਨ ਕਰਦੇ। ਇੱਕ ਪਾਸੇ ਤੁਸੀਂ ਦੇਖੋ ਜਾਨੋਂ ਪਿਆਰੇ ਸਿੱਖ ਸ਼ਹੀਦ ਹੋ ਰਹੇ ਨੇ, ਪੁੱਤ ਸ਼ਹੀਦ ਹੋ ਰਹੇ ਨੇ, ਸਭ ਚੀਜ਼ਾਂ ਹੋ ਰਹੀਆਂ ਨੇ। ਤੇ ਜਦੋਂ ਜਫਰਨਾਮਾ ਲਿਖਦੇ ਤੇ ਜਫਰਨਾਮੇ ਦੇ ਵਿੱਚ ਔਰੰਗਜ਼ੇਬ ਨੂੰ ਇਹ ਲਿਖਦੇ ਕਿ ਪਤਾ
उस दिन तो शाम की होया, बड़ा मार्मिक दृश्य खिंचिया भी जदों दिन का राजा सूरज अपना मूँह लुका गया ना, तो फिर जिहदी रात नूं सल्तनत हुंदी है वो आ गया चंद्रमा। ऐसी कविता बन रहे ने उहदे विच, मतलब वो प्रकृति चित्रण हो रहा है। ये गुरु गोबिंद सिंह साहब वर्गी हस्ती कर सकती जिसनों बिल्कुल हर चीज़ तो वह बेपरवाह है। तो सानू क्या जीवन को इस तरीके नाल मारो। जो बंदा बहुत फिक्रमंद होकर जींदा आ, छोटिया छोटिया चीज़ों अपने उत्ते हावी होण दिंदा आ, फिर जिंदगी का वड्डा रस गवा लैंदा आ। तो गुरु बाबा जी कहते जो जिंदगी का रस गवाच गया, जिंदगी बेमानी हो गई। उस जिंदगी दे विचों जो निकलदा आ, जिहड़ा बचन असीं अगे अज विचारना सीगा, 100 उलामे दिने के। मैं उस दिन बिनती की सी, जे आप उस दिन सरवण कर रहे थे बहुत वधिया, अदरवाइज मैं छोटा जिहा सिर्फ एक थोड़े जे नटशल दे बयान करांगा। उलामा एक्चुअल लैवल ते सानू कोई किसी चीज़ बारे उलामा दे, कोई कंप्लेन करे, कोई शिकायत करे, सानू बहुत बुरा लगता है। मैं सच दसदा है, असी एक्सैप्ट नहीं करते। ईवन बड़ा बंदा परेशान ते आवाजार होंदा है, मैनू एवें क्यों कहा गया, मैनू क्यों रोकिया, क्यों टोकिया, क्यों उलामा दिता गया मैनू इस रूप दे विच। पर बेनती कर रहा सीगा कि बचपन दे विच जदों बच्चे हुंदे, बच्चा छोटा है, उन्होंने उलामे मिलते हैं सवेर तो शाम तक। कई बार वो बारे भी मिलते हैं, कई बार उन्होंने आप असी लिटरली तौर पर देने, आ तू की करता, एवें नहीं सी करना, वार वार टोकते हैं, वार वार रोकते हैं। पर यह रोकना टोकना उन्नी देर तक ही होंदा है जिन्नी देर तक बच्चा साडे उस सारे रोकण टोकण के खिलाफ रिटैलीएट नहीं करना शुरू कर दिंदा। जदों उस लैवल ते वो सानू चीज़ां नूं उस तरीके दे नाल मतलब अपने उत्ते हावी नहीं होण दिंदा, तुसीं कुछ इंपोज करन दी ट्राई करदे हो, अपोज करदा आ, फिर एक लैवल आउंदा है पेरेंट्स थक जाते हैं या घबरा जाते हैं भी काहदे लई, मतलब फिर सवेरे अज ब्रेकफास्ट का टाइम आ, माहौल वधिया बनया ते ने फिर गलती करती, सेम गलती दोहरा दी। शुड आई रियलाइज हिम और हर दैट अगेन शी इज और ही इज डूइंग सेम मिस्टेक, और शुड आई जस्ट इग्नोर इट। फिर कई बार रैशनल माइंड ये कहता इग्नोर कर परा, क्योंकि एवें तेनों बोलेगा वापस, तू बोलेगा मूड खराब होएगा। फिर हुंदा की है, उलामे बंद हो जाते हैं। बच्चे नूं उस लैवल ते लगता है भी नाउ यू आर विनर, नाउ यू हैव दैट एबिलिटी, दैट पावर, नो वन कैन स्टॉप यू, नो वन कैन एक्चुअली एनी काइंड ऑफ हैव एनी अथॉरिटी ऑन यू। चलो जी काम चलना शुरू हो गया। पर एंड ऑफ द डे गल ये है, कॉन्शियस तो सारे होंगी है, तो जी हैबिट आ वो सब दे विच हौली हौली डिवेलप हो जाती है। माफ़ी चाहंगा, मैं किसी को जज नहीं करता, ना मेरे को इन्नी एबिलिटी है, मालक के चरना च अरदास है, अपना ही जीवन बंदा चला ले इन्ना ही बहुत आ। बट साडे कैनेडा दे विच एक बड़े नामवर शख्सियत साडी कम्यूनिटी का बड़ा प्राउड फील करते, तो उन्होंने एक वीडियो बन गई। वीडियो की बन गई क्योंकि फ्रूट खा रहे हैं तो फ्रूट खा के गिटका किसी की प्रॉपर्टी सट रहे हैं। ये बिहेवियर जिहड़ा आ, इस बिहेवियर नूं वेख के लोग कहते हैं भी ही और शी इज नॉट वैल रेज्ड किड। ये एकेडैमिक फ्लॉ नहीं हैगा, ये कोई बहुत हायर लैवल की अचीवमेंट विचों फ्लॉ नहीं आ रहा, ना ना ना, वो सब कुछ तो है उत्थे। ये तो बहुत ਇਹਦੇ ਹੀ ਉਲਾਮੇ ਹੁੰਦੇ ਨੇ। यही है, तो ये छोटी जी गल है जो बहुत क्लोज बाय लोगों के रेंदे हो ना, बड़े डोमैसटिक एनवायरमेंट के विच, ते तुहानूं ये चीज़ां बॉदर करदियां ने। जे सही रूप में देखोगे ना, जिहड़ी खास करके पार्टनर रिलेशनशिप होंदी, कंपैनियनशिप होंदी है, उहदे च कोई बहुत वड्डा झगड़े की गुंजाइश नहीं होंदी, छोटियां छोटियां चीज़ां का झगड़ा हुंदा। तो छोटियां छोटियां चीज़ां कंसिस्टेंटली लगातार ते ग्रैजुअली हौली हौली करके वो उस इंडिविजुअल का बिहेवियर बनिया होंदियां। हुण कोई नूं टोकदा है, कोई रोकदा है, एक दिन च थोड़ा ठीक हो जाएगा, नहीं होएगा। तो ये भी सच्चाई है, हौली हौली ह्यूमन माइंड जिहड़ा है ना, मन, वो खुद भी नोट करना शुरू कर दिंदा ये इनएप्रोप्रिएट आ, ये अनएक्सैप्टेबल आ।
ਪਰ ਕੀਤਾ ਕੀ ਜਾਏ, ਕਿਉਂਕਿ ਇੰਨਾ ਯੂਜ਼ ਟੂ ਹੋ ਗਿਆ, ਹੁਣ ਕਰਦਾ ਹੀ ਉਹ ਆ। ਇੱਥੇ ਫਿਰ ਮਨ ਰੋਜ਼ ਕੋਸਦਾ ਆਪਣੇ ਆਪ ਨੂੰ, ਬੰਦਾ ਇੱਥੋਂ ਫਿਰ ਗਿਲਟ ਫੀਲ ਕਰਦਾ। ਗੁਰੂ ਬਾਬਾ ਜੀ ਇਹਦੀ ਬਾਤ ਕਰਦੇ ਨੇ, ਬਾਹਰ ਕੋਈ 100 ਉਲਾਮੇ ਨਹੀਂ ਦੇਣ ਆਉਂਦਾ ਤੁਹਾਨੂੰ, ਬਾਹਰ ਕੋਈ ਤੁਹਾਨੂੰ ਰੋਜ਼ ਕੰਪਲੇਨਸ ਕਰਨ ਵਾਸਤੇ ਨਹੀਂ ਆਉਂਦਾ। ਇੱਥੇ ਤੇ ਮਹਾਰਾਜ ਕਹਿੰਦੇ 100 ਉਲਾਮੇ ਦਿਨੇ ਕੇ, ਦਿਨੇ ਸੈਂਕੜੇ ਉਲਾਮੇ ਮਿਲਦੇ, ਪੈਰ ਪੈਰ ਤੇ ਤੁਰਦਿਆਂ ਆਪਣੇ ਅੰਦਰ ਆਵਾਜ਼ ਆਉਂਦੀ, ਨਹੀਂ ਨਹੀਂ ਐਵੇਂ ਨਹੀਂ ਸੀ ਕਰਨਾ ਚਾਹੀਦਾ, ਐਵੇਂ ਨਹੀਂ ਸੀ ਬੋਲਣਾ ਚਾਹੀਦਾ, ਆਹ ਨਹੀਂ ਸੀ ਕਰਨਾ ਚਾਹੀਦਾ। ਚਲੋ ਡੇ ਟਾਈਮ ਤੇ ਮਾਈਂਡ ਕਿਤੇ ਆਕੂਪਾਈ ਵੀ ਹੁੰਦਾ, ਬਿਜ਼ੀ ਹੁੰਦਾ, ਕੰਮਾਂ ਕਾਰਾਂ 'ਚ ਹੁੰਨੇ ਆ। ਹੁੰਦਾ ਕੀ ਹੈ, ਜਦੋਂ ਬੰਦਾ ਰਾਤ ਨੂੰ ਬਿਸਤਰੇ ਤੇ ਹੁੰਦਾ, ਸਿਰਹਾਣੇ ਤੇ ਸਿਰ ਟਿਕਾਉਂਦਾ, ਹੁਣ ਤੇ ਕਿਤੇ ਆਕੂਪਾਈ ਨਹੀਂ ਹੈਗਾ। ਹੁਣ ਤੇ ਜੋ ਸਾਰੇ ਦਿਨ ਵਿੱਚ ਵਾਪਰਿਆ ਜਾਂ ਹੁਣ ਤੱਕ ਵਾਪਰਿਆ, ਉਸ ਸਾਰੇ ਨੂੰ ਰੀਵਿਜ਼ਿਟ ਕਰਦਾ। ਹੁਣ ਉੱਥੇ ਕੀ ਹੋ ਰਿਹਾ, 100 ਉਲਾਮੇ ਦਿਨੇ ਕੇ ਰਾਤੀ ਮਿਲਨ ਸਹੰਸ। ਹੁਣ ਰਾਤ ਨੂੰ ਤੇ ਹਜ਼ਾਰਾਂ ਨੇ, ਕਿੱਥੇ ਭੱਜ ਜਾਵਾਂਗਾ। ਜਦੀ ਕਦੀ ਬਾਪ ਟੋਕਦਾ ਸੀ, ਮਾਂ ਟੋਕਦੀ ਸੀ, ਭਰਾ ਟੋਕਦਾ ਸੀ, ਕੋਈ ਵੱਡੀ ਭੈਣ ਟੋਕਦੀ ਸੀ, ਉਦੋਂ ਤੇ ਘਰੋਂ ਬਾਹਰ ਚਲਾ ਜਾਂਦਾ ਸੀਗਾ, ਅਵੋਇਡ ਕਰਦਾ ਸੀ ਉਹਨਾਂ ਨੂੰ, ਇਗਨੋਰ ਕਰਦਾ ਸੀਗਾ। ਜਦੋਂ ਕੋਈ ਟੀਚਰ ਕਹਿੰਦਾ ਸੀਗਾ ਕੁਝ, ਉਹਨੂੰ ਮੈਂ ਕਹਿੰਦਾ ਸੀਗਾ ਆਈ ਵਿਲ ਨੋਟ ਅਟੈਂਡ ਯੂਰ ਕਲਾਸ, ਮੈਂ ਸਕੂਲ ਛੱਡ ਜਾਵਾਂਗਾ। ਹੁਣ ਕੀ ਹੋਇਆ, ਹੁਣ ਕਿੱਥੇ ਭੱਜ ਜਾਏਗਾ। ਹੁਣ ਤੇ ਅੰਦਰੋਂ ਆਵਾਜ਼ਾਂ ਆ ਰਹੀਆਂ ਨੇ, ਹੁਣ ਕਿੱਥੇ ਜਾਏਗਾ। ਹੁਣ ਤੇ ਕੌਨਸ਼ੀਅਸ ਕਹਿ ਰਹੀ ਹੈ ਆਹ ਗਲਤ ਹੈ, ਆਹ ਗਲਤ ਹੈ, ਆਹ ਗਲਤ ਹੈ, ਆਹ ਗਲਤ ਹੈ। ਇੱਥੇ ਜਾ ਕੇ ਫਿਰ ਬੰਦੇ ਨੂੰ ਜਿਹੜੀ ਜਿਹਨੂੰ ਕਹਿੰਦੇ ਪੀਸ ਆਫ ਮਾਈਂਡ, ਆਈ ਐਮ ਲੈਕਿੰਗ ਪੀਸ ਆਫ ਮਾਈਂਡ ਆਇਆ। ਤੇ ਮੈਂ ਤਾਂ ਲਿਟਰਲੀ ਤੌਰ ਤੇ ਦੇਖਿਆ ਆ, ਹਜ਼ਾਰਾਂ ਕੇਸਿਸ ਦੇ ਵਿੱਚ ਮੈਡੀਟੇਸ਼ਨ ਦੀ ਗੱਲ ਹੁੰਦੀ, ਦੂਜੀ ਉਹ ਕਹਿੰਦੇ ਨਥਿੰਗ ਇਜ਼, ਦੇयर इज नो substance in that, in these activities. I have tried so many times, nothing is happening. ਭਾਈ nothing is happening ਤੇ ਹੋਏਗੀ। ਇੰਨਾ ਵੱਡਾ ਬੈਗ ਚੱਕਿਆ ਆ, ਐਡੇ ਬੈਗ ਨੂੰ ਹੁਣ ਆਖਰਕਾਰ ਜੇ ਲਾਉਂਡਰੀ ਵੀ ਕਰੇਗਾ ਤੇ ਕਦੋਂ ਜਾ ਕੇ ਹੋਏਗੀ। ਅਜੇ ਤੇ ਇਹ ਹੀ ਨਹੀਂ ਪਤਾ ਵੀ ਜਿਹੜੇ ਇੰਨੇ ਥਾਟ ਪ੍ਰੋਸੈਸ ਦੇ ਵਿੱਚ ਇਤਨਾ ਕੁਝ ਪਿਆ ਆ, ਸਵੇਰ ਤੋਂ ਸ਼ਾਮ ਤੀਕਰ ਦੇਖਦਾ ਆ, ਰਿਜੈਕਸ਼ਨ ਮਿਲਦੀ ਹੈ ਪੈਰ ਪੈਰ ਦੇ ਉੱਤੇ, ਪਤਾ ਲੱਗਦਾ ਓ ਹੋ ਆ ਵੀ ਰਿਜੈਕਟ ਕਰਨ ਯੋਗ ਹੈ, ਆ ਵੀ ਰਿਜੈਕਟ ਕਰਨ ਯੋਗ ਹੈ, ਵੀ ਫਿਰ ਕਰਾਂ ਕੀ, ਮਾਣ ਕਿਹਦੇ ਤੇ ਕਰਾਂ। ਫਿਰ ਇੱਕ ਬੜੀ ਫੇਕ ਜੀ ਈਗੋ ਲੈ ਕੇ ਤੁਰਿਆ ਫਿਰਦਾ, ਉਹਦਾ ਆਪਣਾ ਬੋਝ ਆ। ਕੋਈ ਤਾਰੀਫ ਵੀ ਕਰਦਾ, ਉਹਨੂੰ ਐਕਸੈਪਟ ਨਹੀਂ ਕਰ ਪਾਉਂਦਾ, ਕਿਉਂਕਿ ਅੰਦਰ ਦਿਸਦਾ ਅੰਦਰ ਤੇ ਹੈ ਕੁਛ ਨਹੀਂ, ਗੜਬੜੀ ਬਹੁਤ ਆ। ਇਹ ਜਿਹੜੀ ਹਾਲਤ ਆ, ਇਸ ਨੂੰ ਫਿਰ ਨਾਂ ਦੇ ਦਿੱਤੇ ਡੂਅਲ ਪਰਸਨੈਲਿਟੀ, ਇਹਨੂੰ ਮੂਡ ਬਾਇਪੋਲਰਸ, ਆਲ ਦੀਸ ਥਿੰਗਸ। ਬਟ ਐਕਚੁਅਲ ਲੈਵਲ ਤੇ ਬੰਦੇ ਦੇ ਇਨਰ ਦੀ ਇਹ ਸਾਰਾ ਦਾ ਸਾਰਾ ਇਸ਼ੂ ਚੱਲ ਰਿਹਾ। ਤੇ ਗੁਰੂ ਬਾਬਾ ਜੀ ਕਹਿੰਦੇ ਜਦੋਂ ਅੰਦਰ ਬੋਲਦਾ ਫਿਰ ਉਹ ਇਸੇ ਤਰੀਕੇ ਨਾਲ ਬੋਲਦਾ, ਕਿਉਂਕਿ ਜ਼ਿੰਦਗੀ ਦਾ ਰਸ ਨਹੀਂ, ਸਵਾਦ ਨਹੀਂ, ਜੀਵਨ ਜੀਣ ਦਾ ਢੰਗ ਤਰੀਕਾ ਠੀਕ ਨਹੀਂਗਾ। 100 ਉਲਾਮੇ ਦਿਨੇ ਕੇ ਰਾਤੀ ਮਿਲਨ ਸਹੰਸ। ਤੇ ਹਾਲਤ ਪਤਾ ਕੀ, ਕਿਆ ਗੁਰੂ ਸਾਹਿਬ ਨੇ ਮੈਟਾਫੋਰ ਸਿਰਜਿਆ। ਸਾਹਿਬ ਕਹਿੰਦੇ ਸਿਫਤ ਸਲਾਹਨ ਛੱਡ ਕੇ ਕਰੰਗੀ ਲੱਗਾ ਹੰਸ। ਹੈਗਾ ਤੇ ਹੰਸ ਸੀਗਾ। ਮਨੁੱਖ ਸਮੁੱਚੇ ਕ੍ਰੀਚਰ ਵਰਲਡ ਦੇ ਵਿੱਚ ਸੁਪੀਰੀਅਰ ਆ, ਹੰਸ ਹੈ। ਜੀਵਾਤਮਾ ਇਹਦੇ ਕੋਲ ਹੈ, ਇਹਨੂੰ ਅਵੇਅਰਨੈਸ ਹੈ ਉਹਦੇ ਬਾਰੇ, ਪਰ ਉਹ ਹੰਸ ਕਰ ਕੀ ਰਿਹਾ ਆ। ਕਿਆ ਸਿਫਤ ਸਲਾਹਨ ਛੱਡ ਕੇ, ਸਿਫਤ ਸਲਾਹਨ, ਬੰਦਾ ਸਿਫਤ ਕਰੇ, ਸਲਾਹਤਾ ਕਰੇ, ਪਰ ਸਿਫਤ ਸਲਾਹਤਾ ਕਿਹਦੀ ਕਰੇ। ਆਲੇ ਦੁਆਲੇ ਕੁਝ ਚੰਗਾ ਨਹੀਂ, ਅੰਦਰ ਵੀ ਕੁਝ ਚੰਗਾ ਨਹੀਂ ਚੱਲ ਰਿਹਾ, ਕਿਸੇ ਕਿਸਮ ਦੇ ਨਾਲ ਕਿਸੇ ਚੀਜ਼ ਨੂੰ ਐਕਸੈਪਟ ਕਰਨਾ ਨਾਮੁਮਕਿਨ ਹੋਇਆ ਪਿਆ। ਫਿਰ ਬੰਦੇ ਦੇ ਅੰਦਰ ਸਿਰਫ ਯਾਦ ਤੇ ਕੰਪਲੇਨਸ ਚੱਲ ਰਹੀਆਂ ਨੇ, ਉਲਾਮੇ ਚੱਲ ਰਹੇ ਨੇ, ਜਿਹੜਾ ਹੈਗਾ ਰਿਜੈਕਸ਼ਨ ਚੱਲ ਰਹੀ ਹੈ ਵਾਰ-ਵਾਰ, ਜਾਂ ਗਿਲਟ ਚੱਲ ਰਿਹਾ, ਪਛਤਾਵੇ। ਇਹਨਾਂ ਚੀਜ਼ਾਂ ਦੇ ਵਿੱਚ ਹੀ ਵਾਰ-ਵਾਰ ਬੰਦਾ ਗਲਤਾਨ ਹੋਇਆ ਆ। ਸਿਫਤ ਕਰਨੀ, ਅਕਾਲ ਪੁਰਖ ਵਾਹਿਗੁਰੂ ਦੀ ਸਤੁਤੀ ਵਿੱਚ ਆ ਜਾਣਾ, ਜੀਵਨ ਦੇ ਉਸ ਰੰਗ ਨੂੰ ਮੰਨਣਾ। ਬੜੀ ਫਿਲਾਸਫੀਕਲ ਜੀ ਗੱਲ ਆ, ਜੇ ਮੈਨੂੰ ਨੈਰੋ ਡਾਊਨ ਕਰਕੇ ਬਿਆਨ ਕਰਾਂ। ਸਾਡੇ ਇੱਕ ਬੜੇ ਪਿਆਰੇ ਮਿੱਤਰ ਹੈਗੇ ਨੇ, ਸਾਈਕੋਲੋਜੀ ਦੇ ਫੀਲਡ 'ਚ ਕੰਮ ਕਰਦੇ ਨੇ, ਤੇ ਬੜੇ ਪਿੱਛੇ ਕੋਈ 8-10 ਸਾਲ ਜਿਹੜਾ ਕੰਮ ਸੀਗਾ ਉਹਨਾਂ ਦਾ ਬੜਾ ਚੈਲੰਜਿੰਗ ਸੀਗਾ, ਕਿਉਂਕਿ ਸੁਸਾਈਡਲ ਕੇਸਿਸ ਦੇ ਨਾਲ ਉਹ ਉਹਨਾਂ ਦਿਨਾਂ ਦੇ ਵਿੱਚ ਕੇਸ ਮੈਨੇਜਰ ਦੇ ਤੌਰ 'ਤੇ ਕੰਮ ਕਰਦੇ ਸੀ। ਅਤੇ ਕਈ ਵਾਰ ਇਹ ਹੋਣਾ ਕਿ ਸਪੋਜ਼ ਕਰੋ ਜਿਸ ਇੰਡੀਵਿਜੂਅਲ ਦੀ ਫਾਈਲ ਉਹਨਾਂ ਕੋਲ ਆਈ ਹੈ, ਜਿਹਦੇ 'ਤੇ ਕੰਮ ਕਰ ਰਹੇ ਨੇ, ਉਹਨਾਂ ਵਾਸਤੇ ਕੋਈ ਜਿਹੜਾ ਹੈਗਾ ਕੋਈ ਪਲਾਨ ਬਣਾ ਰਹੇ ਨੇ, ਕੋਈ ਮੈਡੀਕਲ ਜਿਹੜੀ ਐਕਟ ਟੀਮ ਇਨਵੋਲਵ ਕਰ ਰਹੇ ਨੇ ਇੰਟਰਵੈਂਸ਼ਨ ਵਾਸਤੇ, ਸਾਰੇ ਕਾਸੇ ਵਾਸਤੇ। ਉਹ ਜੇ ਫਾਈਲ ਇਨ ਪ੍ਰੋਸੈਸ ਹੈ ਤੇ ਪਤਾ ਲੱਗਾ ਮਰ ਗਿਆ,
ਬੜੀ ਸ਼ੌਕਿੰਗ ਹੁੰਦਾ ਹੈ ਬੰਦੇ ਨੂੰ। ਤੇ ਇਹ ਨਹੀਂ ਵੀ ਕਦੀ ਕਦਾਰ, ਰੋਜ਼ ਦਾ ਹੀ ਰੂਟੀਨ ਦਾ ਹੀ ਕੰਮ ਆ। ਕਿੰਨੀ ਮਤਲਬ ਕਈ ਵਾਰ ਬੰਦਾ ਆਪਣੇ ਆਪ ਤੇ ਸੋਚਦਾ ਹੈ ਵੀ ਮੈਂ ਇਨ ਟਾਈਮ ਐਕਟ ਨਹੀਂ ਕੀਤਾ, ਮੇਰਾ ਤੇ ਨਹੀਂ ਕੋਈ, ਮਤਲਬ 100 ਤਰ੍ਹਾਂ ਦੀਆਂ ਵਿੱਚ ਚੀਜ਼ਾਂ ਚੱਲਦੀਆਂ ਇਸ ਰੂਪ ਦੇ ਵਿੱਚ। ਬੜਾ ਸਟਰੈਸਫੁਲ ਕੰਮ, ਬੜਾ ਉਸ ਰੂਪ ਦੇ ਵਿੱਚ। ਤੇ ਉਹਨਾਂ ਦਿਨਾਂ 'ਚ ਫੈਮਿਲੀ ਵਿੱਚ ਵੀ ਕੁਝ ਸਟਰਗਲ ਚੱਲ ਰਹੀ ਸੀ। ਫੈਮਿਲੀ 'ਚ ਯੰਗ ਬੱਚੇ ਸੀਗੇ, ਉਹਨਾਂ ਵੱਲੋਂ ਬੜੀ ਮੁਸ਼ਕਿਲ ਆ ਰਹੀ। ਉਹਨਾਂ ਨੇ ਕਰਨਾ ਕਿ ਸਵੇਰੇ ਜਾਣਾ ਕੰਮ 'ਤੇ, ਸਾਰਾ ਦਿਨ ਕੰਮ 'ਤੇ ਆਪਣੀ ਸਟਰਗਲ ਕਰਨੀ। ਅਜੇ ਘਰ ਗੱਡੀ ਪਾਰਕ ਕਰਦੇ ਹੋਣਾ, ਬਾਹਰ ਨਿਕਲ ਅੰਦਰੋਂ ਆਵਾਜ਼ਾਂ ਆ ਰਹੀਆਂ ਹੋਣੀਆਂ, ਪੈਲਣ ਦੇ ਤੇਰੇ ਬਾਪ ਨੂੰ ਹੁਣ ਗੱਲ ਹੁੰਦੀ, ਹੁਣ ਆ ਗਏ ਤੁਸੀਂ, ਆ ਜਾਓ ਇੱਧਰ ਆ ਜਾਓ, ਪਹਿਲਾਂ ਇੱਥੇ ਪਹਿਲਾਂ ਘਰ ਦੇ ਕੇਸ ਸੰਭਾਲੋ। ਬਾਹਰ ਅਜੀਬ ਹਾਲਤ ਬਣ ਜਾਣੀ, ਬੰਦਾ ਜਾਏ ਕਿੱਥੇ। ਹੁਣ ਇਸ ਹਾਲਤ 'ਚ ਮਤਲਬ ਕੋਈ ਹੱਜ ਨਹੀਂ ਗਾ। ਸਾਰਾ ਦਿਨ ਉੱਥੇ ਸਟਰਗਲ ਕਰਕੇ ਆ ਬੰਦਾ ਸੋਚ ਕੇ ਚਲੋ ਦੋ ਪਲ ਬੈਠ ਕੇ ਨਾ ਮੈਂ ਹੁਣ ਉਸ ਤਰੀਕੇ ਨਾਲ, ਹੁਣ ਹਾਲਤ ਇਹ ਹੈ ਕਿ ਇੱਥੇ ਵੀ ਕੁਛ ਨਹੀਂ ਕੀਤਾ ਕੀ ਜਾਏ। ਖੈਰ ਕੁਝ ਸਮੇਂ ਬਾਅਦ ਇਸ ਚੀਜ਼ ਨੂੰ ਰਿਅਲਾਈਜ਼ ਕੀਤਾ, ਬੜੀ ਡੀਪ ਲੈਵਲ ਦੀ ਮੇਰੇ ਨਾਲ ਵੀ ਡਿਸਕਸ਼ਨ ਹੋਈ 2-4 ਵਾਰੀ। ਫਿਰ ਇੱਕ ਪਲਾਨ ਬਣਾਇਆ। ਪਲਾਨ ਇਹ ਬਣਾਇਆ ਜੋ ਬਾਣੀ ਕਹਿ ਰਹੀ ਹੈ, ਅਸੀਂ ਧਰਤੀ ਤੇ ਪਿਆਰ ਦੇਣ ਤੇ ਪਿਆਰ ਲੈਣ ਵਾਸਤੇ ਪੈਦਾ ਹੋਏ ਹਾਂ। ਕਿਉਂਕਿ ਇਹ ਜੀਵਨ ਅਕਾਲ ਪੁਰਖ ਵਾਹਿਗੁਰੂ ਦੇ ਉਸ ਵਿਸਮਾਦੀ ਰੰਗ 'ਚੋਂ ਪੈਦਾ ਹੋਇਆ। ਅਸੀਂ ਉਸੇ ਨੂੰ ਮਾਣਨਾ ਆ। ਜਿੰਨੀ ਕੁ ਸਾਡੇ ਕੋਲ ਐਬਿਲਿਟੀ ਉਹਦੇ ਅਕੋਰਡਿੰਗਲੀ ਅਸੀਂ ਆਪਣੀ ਐਫਰਟ ਪਾ ਸਕਦੇ ਹਾਂ। ਰਿਜ਼ਲਟਸ ਅਸੀਂ ਨਹੀਂ ਪੈਦਾ ਕਰ ਸਕਦੇ, ਕਿਉਂਕਿ ਇਹ ਤਾਂ ਕਰਤਾਰੀ ਖੇਡ ਹੈ। ਠੀਕ, ਇਹ ਚੀਜ਼ ਰਿਪੀਟ ਕਰਨੀ ਹੈ ਰੋਜ਼ ਇਸ ਰੂਪ ਦੇ ਵਿੱਚ। ਇੱਕ ਚੀਜ਼ ਹੋ ਗਈ। ਦੂਸਰਾ ਇਹ ਹੋ ਗਿਆ ਕਿ ਸਵੇਰ ਤੋਂ ਸ਼ਾਮ ਤੱਕ ਜਿੰਨਾ ਕੰਮ ਕੀਤਾ, ਉਹ ਸਾਰਾ ਕੰਮ ਹੁਣ ਕਰਕੇ ਜਦੋਂ ਆਫਿਸ ਤੋਂ ਬਾਹਰ ਨਿਕਲਣ ਲੱਗੇ ਲਿਟਰਲੀ ਤੌਰ 'ਤੇ, ਤਾਂ ਉਦੋਂ ਫਾਈਲਾਂ ਵਗੈਰਾ ਜੋ ਕੁਛ ਉੱਥੇ ਰੱਖੀਆਂ, ਲਿਟਰਲੀ ਤੌਰ 'ਤੇ ਹੱਥ ਚਾੜੇ, ਇਸ ਤਰੀਕੇ ਦੇ ਨਾਲ ਵੀ ਓ ਮਾਈ ਵਰਕ, ਆਈ ਰੀਅਲੀ ਰਿਸਪੈਕਟ ਟੂ ਯੂ, ਆਈ ਰੀਅਲੀ ਐਕਚੁਅਲੀ ਲਵ ਟੂ ਡੂ ਇਟ। ਨਾਓ I am taking little bit rest from you. Stay here. We will accompany again tomorrow morning. Thank you. ਠੀਕ ਹੈ ਜੀ। ਦਰਵਾਜ਼ਾ ਕੀਤਾ ਆਫਿਸ ਦਾ ਬੰਦ, ਬਾਹਰ ਆਏ, ਕਾਰ ਵਿੱਚ ਬੈਠ ਗਏ। ਹੁਣ ਕਹਿਣ ਨਾਲ ਤਾਂ ਗੱਲ ਹੈ ਨਾ ਮੁੱਗੇ ਜੇ ਤੇ ਚਲਦੀ ਚ ਅੰਦਰ। ਫਿਰ ਕਿਹਾ ਅੱਜ ਸਾਰੇ ਦਿਨ ਵਿੱਚ ਕਿਹੜਾ ਚੰਗਾ ਕੰਮ ਹੋਇਆ ਉਹ ਯਾਦ ਕਰਦੇ ਆ। ਪੂਰੇ ਦਿਨ ਵਿੱਚ ਉਹਨੂੰ ਯਾਦ ਕਰਨਾ, ਹਾਂ ਅੱਜ ਆਹ ਕੰਮ ਬੜਾ ਚੰਗਾ ਹੋਇਆ, ਉਹਦੀ ਮੈਮਰੀ ਜਿਹੜੀ ਅੰਦਰ ਲੈ ਆਉਣੀ। ਨਾਲ ਕੁਝ ਗੁਰਬਾਣੀ ਦੀ ਕੈਸਟ ਲਗਾ ਲਈ। ਸ਼ਾਮ ਦਾ ਟਾਈਮ ਹੈ, ਰਹਿਰਾਸ ਸਾਹਿਬ ਸ਼ੁਰੂ ਕਰ ਦਿੱਤਾ। ਕਾਰ ਪਾਰਕ ਕੀਤੀ। ਘਰ ਵਾਲਿਆਂ ਨੇ ਮਤਲਬ ਸਪੋਜ਼ ਕਰੋ ਵੀ ਹਾਊਸ ਔਨ ਫਾਇਰ, ਸਪੋਜ਼ ਇਨ ਦੈਟ ਵੇ, ਹਾਊਸ ਇਜ਼ ਔਨ ਫਾਇਰ ਐਂਡ nothing is actually going smooth and every family member have some sort of complaints to say something. ਉਹਨਾਂ ਸਾਰਿਆਂ ਨੂੰ ਅੰਦਰ ਵੜ ਕੇ ਕਿਹਾ ਵੀ ਭਾਈ ਤੁਹਾਡੇ ਸਾਰਿਆਂ ਨੂੰ ਮੈਨੂੰ ਪਤਾ ਤੁਹਾਨੂੰ ਲੋੜ ਹੈ ਮੇਰੀ ਸਭ ਕੁਛ ਉਸ ਰੂਪ ਦੇ ਵਿੱਚ, ਬਟ ਤੁਹਾਨੂੰ ਜਿਹਦੀ ਲੋੜ ਆ ਉਹ ਸ਼ਖਸ ਅਜੇ ਆਇਆ ਨਹੀਂ ਇੱਥੇ, ਉਹਨੂੰ ਆ ਲੈਣ ਦਿਓ, ਉਹ ਜ਼ਰੂਰ ਆਏਗਾ, ਤੁਹਾਡੇ ਸਾਰਿਆਂ ਦੀ ਗੱਲ ਸੁਣੇਗਾ। ਗਿਵ ਮੀ 10 ਮਿੰਟਸ 15 ਮਿੰਟਸ ਤੇ ਅਲਾਰਮ ਲਾ ਕੇ ਤੇ ਉੱਤੇ ਚਲੇ ਗਏ। ਜਾ ਕੇ ਫਰੈਸ਼ ਹੋਏ, ਥੋੜਾ ਨਹਾ ਲਿਆ, ਮੂੰਹ ਧੋਤਾ, ਕੱਪੜੇ ਚੇਂਜ ਕੀਤੇ, ਫਿਰ ਉਸ ਮੈਮਰੀ ਨੂੰ ਦੁਬਾਰਾ ਯਾਦ ਕੀਤਾ। ਕਰਕੇ ਯਾਦ ਥੱਲੇ ਆਏ ਤਾਂ ਉਹਨਾਂ ਨੂੰ ਕਿਹਾ ਵੀ ਓਕੇ ਗੱਲ ਇਹ ਹੈ ਕਿ ਤੁਸੀਂ ਹੁਣ ਆਪਾਂ ਆਪਣੀ ਸਟੋਰੀ, ਆਪਾਂ ਆਪਣੀ ਸਟਰਗਲ, ਆਪਾਂ ਆਪਣੀ ਕੰਪਲੇਨ ਜੋ ਦੱਸਣੀ ਸਾਰੀ ਦੱਸਿਆ ਜੀ। ਆਈ ਵਿਲ ਲਿਸਨ ਵਿਦਾਊਟ ਐਨੀ ਹੈਜ਼ੀਟੇਸ਼ਨ, ਵਿਦਾਊਟ ਐਨੀ ਕਾਈਂਡ ਆਫ ਬਰਡਨ, ਬਟ ਬਿਫੋਰ ਦੈਟ ਆਈ ਹੈਵ ਸਮਥਿੰਗ ਟੂ ਟੈਲ ਆਲ ਆਫ ਯੂ। ਹੁਣ ਉਹ ਸਟੋਰੀ, ਉਹ ਗੱਲ ਉਹਨਾਂ ਨਾਲ ਸ਼ੇਅਰ ਕਰਨੀ, ਉਹ ਪੋਜ਼ਿਟਿਵ, ਉਹ ਚੰਗੀ, ਉਹ ਵਡਿਆਈ ਵਾਲੀ ਗੱਲ, ਸਿਫਤ ਇਹਨੂੰ ਕਹਿੰਦੇ ਨੇ। ਉਸ ਤੋਂ ਬਾਅਦ ਕਹਿਣਾ ਉਹਨਾਂ ਨੇ ਰਾਈਟ ਅੰਗੇਜ ਹੋ ਜਾਣਾ, ਬੰਦ ਹਿਊਮਨ ਬੀਇੰਗ ਨੇ, ਐਵੇਂ ਥੋੜਾ ਗੱਲ ਆ। ਫਿਰ ਉਹਨੂੰ ਕਹਿਣਾ ਅੱਛਾ ਕੰਪਲੇਨਸ ਤੇ ਹੋਣਗੀਆਂ, ਤੁਹਾਡੀਆਂ ਸ਼ਿਕਾਇਤਾਂ ਤੇ ਹੋਣਗੀਆਂ, ਕੋਈ ਚੰਗੀ ਗੱਲ ਤੁਹਾਡੇ ਕੋਲ ਵੀ ਆ ਮੈਨੂੰ ਸੁਣਾਉਣ ਵਾਸਤੇ, ਦੱਸੋ। ਗੱਲ ਸ਼ੁਰੂ ਹੋ ਜਾਣੀ। ਇਹ ਕਰੀਬ 2-2.5 ਮਹੀਨੇ ਕੋਈ ਇਸ ਕਿਸਮ ਦੇ ਨਾਲ ਚੱਲਿਆ। ਉਸ ਤੋਂ ਪਤਾ ਲੱਗ ਗਿਆ ਸਾਡੇ ਘਰ ਦੀ ਰੂਟੀਨ ਕੀ ਹੈ। ਹੁਣ ਅਸੀਂ ਸਾਰਿਆਂ ਨੇ ਸ਼ਾਮ ਨੂੰ ਸਟੋਰੀਜ਼ ਪਿਕ ਕਰਨੀਆਂ, ਕਿਹੜੀ ਸਟੋਰੀ ਜਿਹੜੀ ਹੈ ਅੱਜ ਸੁਣਾਣੀ, ਅੱਜ ਗੱਲਬਾਤ ਕਰਨੀ ਹੈ। ਤੇ ਹਿਊਮਨ ਮਾਈਂਡ ਦਾ ਇਸ ਬਾਤ, ਇਹ ਚੀਜ਼ ਚੇਤੇ ਰੱਖੋ, ਜਿਸ ਚੀਜ਼ ਤੇ ਫੋਕਸ ਕਰੋਗੇ, ਜਿਸ ਚੀਜ਼ ਤੇ ਐਮਫਸਾਈਜ਼ ਕਰੋਗੇ, ਉਹ ਚੀਜ਼ ਵੱਧਦੀ ਲੱਗੀ ਜਾਏਗੀ। ਇਹੀ ਮੈਡੀਟੇਸ਼ਨ ਹੈ। ਅਦਰਵਾਈਜ਼ ਜੀਵਨ ਦੇ ਵਿਹਾਰ ਦੇ ਵਿੱਚ ਇੰਪਰੂਵਮੈਂਟ ਨਹੀਂ ਆ ਰਹੀ, ਤੁਸੀਂ ਚੰਗੇਰੀਆਂ ਚੀਜ਼ਾਂ ਤੇ ਨਹੀਂ ਧਿਆਨ ਦਿਓਗੇ, ਚੰਗਿਆਈਆਂ ਕੱਟਣਗੀਆਂ, ਅੱਛਾਈਆਂ ਕੱਟਣਗੀਆਂ, ਗੁਣ ਕੱਟਣਗੇ। ਤੇ ਬਾਬਾ ਜੀ ਨੇ ਕਿਹਾ ਚੇਤੇ ਰੱਖੀ ਨਾਨਕ ਔਗਣ ਜੇਤੜੇ,
ਇਹ ਔਗਣ ਨਹੀਂ ਗੱਲੇ। ਮਹਾਰਾਜ ਕਹਿੰਦੇ ਅਗਲਾ ਪੜਾਅ ਚੇਤੇ ਰੱਖ, ਨਾਨਕ ਔਗਣ ਜੇਤੜੇ 33 ਗਲੀ ਜੰਜੀਰ। ਇਹ ਗਲ ਦੀਆਂ ਜੰਜੀਰਾਂ ਨੇ, ਫਾਈਆਂ ਨੇ, ਔਗਣ ਨਹੀਂ ਹੁੰਦੇ। ਔਗਣ ਅਸਲ 'ਚ ਗਲ ਦੀਆਂ ਫਾਈਆਂ ਨੇ, ਇਹ ਲੈਂਦੀਆਂ ਨਹੀਂ ਗੀਆਂ। ਇਹ ਤੇ ਫਿਰ ਲਗਾਤਾਰ ਵੱਧਦੀਆਂ ਤੁਰੀਆਂ ਲੱਗੀਆਂ ਜਾਂਦੀਆਂ। ਜਿੰਨੇ ਗੁਣ ਕੋਲ ਹੋਣਗੇ ਉਹਨਾਂ ਬੰਦੇ ਦਾ ਜੀਵਨ ਬਿਲਕੁਲ ਜਿਹੜਾ ਆ ਫੁੱਲ ਵਰਗਾ ਹਲਕਾ ਹੁੰਦਾ ਲੱਗਾ ਜਾਏਗਾ, ਫਲੋਟ ਕਰੇਗਾ, ਤੇ ਬਲਕਿ ਇੱਕ ਤਰ੍ਹਾਂ ਨਾਲ ਫਰਦ ਦੀ ਤਰ੍ਹਾਂ ਫਲਾਈ ਕਰੇਗਾ। ਬੰਦਾ ਸੱਤੀ ਅਸਮਾਨੀ ਉੱਡੇਗਾ ਉਸ ਰੂਪ ਦੇ ਵਿੱਚ। ਉਹਦੀ ਇਮੈਜੀਨੇਸ਼ਨ ਹੋਰ ਹੋ ਜਾਏਗੀ। ਉਹਨੂੰ ਉਤਲੇ ਆਕਾਸ਼ ਦੀ ਬਾਤ, ਐਕਚੁਅਲ ਲੈਵਲ ਜਿਹੜੀ ਕਹਿੰਦੇ ਸੁਰਦ ਉੱਤੇ ਉੱਡਣਾ, ਇਹੀ ਹੈ। ਗੁਰੂ ਨਾਨਕ ਬਾਬਾ ਜੀ ਇਸ ਬਿਆਨ ਕਰਦੇ, ਸਿਫਤ ਸਲਾਹਣ ਛੱਡ ਕੇ, ਹੈ ਤੇ ਹੰਸ ਸੀ। ਹੰਸ ਬੜੀ ਉੱਚੀ ਉਡਾਰੀ ਭਰਦਾ ਆ। ਹੰਸ ਮਾਨਸਰੋਵਰ ਰਹਿੰਦਾ ਆ। ਹੰਸ ਮੋਤੀ ਖਾਂਦਾ ਆ। ਹੰਸ ਦੀ ਖੁਰਾਕ ਛੋਟੀ ਨਹੀਂਗੀ। ਹੰਸ ਤੇ ਸਿਫਤ ਸਲਾਹਨ ਕਰਦਾ ਆ। ਹੰਸ ਤੇ ਛੋਟੀਆਂ ਚੀਜ਼ਾਂ ਨੂੰ ਉਹਨਾਂ ਨਾ ਉੱਥੇ ਰੁਕਦਾ ਆ, ਨਾ ਉੱਪਰ। ਇਹ ਕਰੰਗ ਮਰਿਆ ਡੰਗਰ ਉਹਨੂੰ ਕਹਿੰਦੇ ਨੇ, ਮੋਇਆ ਡੰਗਰ। ਇਹ ਇੱਲ ਖਾਂਦੀ, ਇੱਲ ਵੀ ਬੜੀ ਉੱਚੀ ਉੱਡਦੀ ਹੈ। ਤੁਸੀਂ ਕਿ ਦੇਖੋ ਉਡਾਰੀ ਕਿੱਡੀ ਉੱਚੀ ਹੈ, ਡਿੱਗਦੀ ਕਿੱਥੇ ਆ ਕੇ? ਮਰੇ ਡੰਗਰ ਤੇ। ਇਹ ਨਹੀਂ ਕਿ ਅਸੀਂ ਲੋਕ ਸਿਆਣੇ ਨਹੀਂ ਹੈਗੇ, ਸਾਨੂੰ ਲੋਕਾਂ ਨੂੰ ਅਕਲ ਨਹੀਂ ਹੈਗੀ। ਬੜੇ ਸਿਆਣੇ, ਏਡੀ ਗੱਲ ਲੋਕੀ ਜਾਣਦੇ। ਮਾਫੀ ਚਾਹਾਂਗਾ, ਮੈਂ ਤਾਂ ਸਟੇਜ ਤੇ ਬੈਠਾ ਬੋਲ ਰਿਹਾ, ਅਦਰਵਾਈਜ਼ ਜੇ ਇੰਟਲੈਕਟ ਸਾਈਡ ਤੋਂ ਦੇਖਿਆ ਜਾਏ ਤੇ ਆਪ ਸੰਗਤਾਂ ਦੇ ਵਿੱਚੋਂ ਜਾਂ ਪੂਰੇ ਜੋ ਵੀ ਸ਼ਖਸ ਹੈ ਉਹ ਕੋਈ ਮੇਰੇ ਤੋਂ ਘੱਟ ਸਿਆਣਾ ਤੇ ਨਹੀਂ ਹੈਗਾ। ਬਹੁਤ ਸਿਆਣੇ, ਬੜੇ ਅਕਲਮੰਦ। ਪਰ ਗੁਰੂ ਬਾਬਾ ਜੀ ਕਹਿੰਦੇ ਇੰਨੀ ਸਿਆਣਪ, ਇਹ ਸਭ ਕੁਝ ਭਾਈ ਹੰਸ ਨਾ ਬਣ ਸਕਿਆ ਕੀ ਫਾਇਦਾ? ਅਸਮਾਨੀ ਤੇ ਇੱਲਾਂ ਵੀ ਉੱਡਦੀਆਂ, ਪਰ ਇਹ ਤੇ ਗੱਲ ਇਹ ਹੈ, ਕਰੰਗ ਤੇ ਨਹੀਂ ਖਾ ਰਿਹਾ ਕਿਤੇ ਮੋਏ ਡੰਗਰਾਂ ਦਾ ਮਾਸ ਦੀ ਤਰ੍ਹਾਂ ਬਦਬੂ ਮਾਰਦਾ ਮਾਸ ਤੇ ਨਹੀਂ ਖਾ ਰਿਹਾ ਕਿਤੇ। ਐਸਾ ਤੇ ਨਹੀਂ ਕਿ ਉਲਾਮੇ ਤੇ ਗਿਲਟ ਤੇ ਅੰਦਰ ਜਿਹੜੀ ਰਿਜੈਕਸ਼ਨ ਤੇ ਉਹ ਸਾਰਾ ਕੁਝ ਇਕੱਠਾ ਕਰਕੇ ਤੇ ਇੱਕ ਅਜੀਬ ਤਰ੍ਹਾਂ ਦੀ ਬੰਦਾ, you know, one word we use in Canadian culture is resentment, ਨਾਰਾਜ਼ਗੀ। ਅਸੀਂ ਕਈ ਵਾਰੀ ਕਹਿੰਦੇ ਆ, ਜਿੱਥੇ ਐਕਸਪੈਕਟੇਸ਼ਨਸ ਹੋਣ ਕਿਸੇ ਕਿਸਮ ਦੀਆਂ, ਉਹ ਮੀਟ ਨਾ ਕਰਨ, ਤੇ ਫਿਰ ਪਤਾ ਕੀ ਹੁੰਦਾ? ਨਾਰਾਜ਼ਗੀ ਹੁੰਦੀ ਹੈ, ਹੁੰਦੀ ਫਰਸਟ੍ਰੇਸ਼ਨ ਆ। ਪਰ ਫਰਸਟ੍ਰੇਸ਼ਨ ਦਾ ਨੈਕਸਟ ਲੈਵਲ ਰਿਜ਼ੈਂਟਮੈਂਟ ਆਉਂਦਾ। ਬੰਦਾ ਫਿਰ ਕਹਿੰਦਾ ਛੱਡੋ ਪਰਾਂ, ਮਤਲਬ ਗੱਲ ਵੀ ਨਹੀਂ ਕਰਨੀ ਹੁਣ। ਇਸ ਕਿਸਮ ਦੇ ਨਾਲ ਸਾਨੂੰ ਲੱਗਦਾ ਆ ਸਾਡੇ ਰਿਸ਼ਤੇ ਬਾਹਰ ਰੁੱਸ ਗਏ ਨੇ ਸਾਰੇ। ਸਾਡੇ ਨਾਲ ਫਲਾਣਾ ਵੀ ਰੁੱਸ ਗਿਆ, ਜਾਂ ਮੈਂ ਫਲਾਣੇ ਨਾਲ ਰੁੱਸ ਗਿਆ। ਨਾ ਐਕਚੁਅਲ ਲੈਵਲ ਤੇ ਮੇਰਾ ਆਪਣਾ ਆਪਾ ਰੁੱਸ ਗਿਆ ਮੇਰੇ ਤੋਂ। ਆ ਮੇਰੇ ਅੰਦਰ ਨਾਲ ਹੀ ਸਾਂਝ ਕੋਈ ਨਹੀਂ ਹੈ। ਫਿਰ ਬੰਦੇ ਲੋਕ ਲਿਟਰਲੀ ਤੌਰ ਤੇ ਕਈ ਵਾਰੀ ਕਹਿੰਦੇ ਨੇ, ਮੈਨੂੰ ਤਾਂ ਲੱਗਦਾ ਸਾਡਾ ਰੱਬ ਹੀ ਨਾਰਾਜ਼ ਹੋ ਗਿਆ ਸਾਡੇ ਤੋਂ। ਐਕਚੁਅਲੀ ਭਾਈ ਤੂੰ ਆਪ ਨਾਰਾਜ਼ ਹੋ ਗਿਆ ਆਪਣੇ ਆਪ ਤੋਂ। ਤੇ ਜਦੋਂ ਬੰਦਾ ਬਹੁਤ ਨਾਰਾਜ਼ ਹੋ ਜਾਏ ਤੇ ਫਿਰ ਪਤਾ ਹੀ ਕਰਦਾ, ਘਰੋਂ ਦੂਰ ਚਲਾ ਜਾਂਦਾ ਰੁੱਸ ਕੇ। ਤੇ ਗੁਰੂ ਬਾਬਾ ਜੀ ਬਿਆਨ ਕਰਦੇ, ਫਿਰ ਇਹ ਮਨ ਐਸਾ ਆ, ਮਨ ਪਰਦੇਸੀ ਜੇਥੀ ਹੈ। ਇਹ ਪ੍ਰਦੇਸ਼ ਚਲਾ ਜਾਂਦਾ ਹੈ। ਇਹ ਫਿਰ ਐਸੀਆਂ ਬੰਤਰਾਂ ਬੁਣਦਾ ਆ, ਕਿਤੇ ਕ੍ਰੋਧ ਦੇ ਦੇਸ਼ ਬੈਠਾ ਆ, ਕਿਤੇ ਤ੍ਰਿਸ਼ਨਾ ਦੇ ਦੇਸ਼ ਬੈਠਾ ਆ, ਕਿਤੇ ਈਰਖਾ ਦੇ ਦੇਸ਼ ਬੈਠਾ ਆ, ਦੁਆਖ ਦੇ ਦੇਸ਼ ਬੈਠਾ ਆ। ਉੱਥੇ ਉਸ ਦੁਨੀਆ ਦੀਆਂ ਬੰਤਰਾਂ ਬੁਣ ਰਿਹਾ, ਜੋ ਚੰਗਾ ਵਧੀਆ ਹੋ ਰਿਹਾ ਕੁਛ ਵੀ ਉਹਦੇ, ਕਿਉਂਕਿ ਉਹ ਉਸ ਮੁਲਕ ਹੀ ਨਹੀਂ ਹੈਗਾ। ਉਹ ਤੇ ਨਾਰਾਜ਼ ਹੋ ਕੇ ਕਿਤੇ ਦੂਰ ਚਲਾ ਗਿਆ। ਹੁਣ ਜੇ ਕਿਤੇ ਮਨ ਨੂੰ ਆਵਾਜ਼ ਵੱਜੇ ਕਿ ਉਹ ਪਰਦੇਸੀ ਮਨਾ, ਤੂੰ ਆਓ ਘਰੇ, ਤੂੰ ਘਰ ਪਰਤ, ਤੇਰੀ ਲੋੜ ਇੱਥੇ ਹੈ। ਪਰ ਇਹ ਤੇ ਹੰਸ ਸੁਭਾਅ ਹੀ ਛੱਡ ਗਿਆ ਆਪਣਾ। ਉਹ ਤੇ ਕਰੰਗ ਖਾ ਰਿਹਾ, ਉਹ ਤੇ ਬੜੀ ਦੂਰ ਚਲਾ ਗਿਆ, ਤੇ ਮਾਨਸਰੋਵਰ ਪਰਤ ਹੀ ਨਹੀਂ ਰਿਹਾ। ਆ ਚੀਜ਼ ਹੈ। ਤੇ ਇਹ ਸਾਡੀ ਸਾਰਿਆਂ ਦੀ ਅਸਲੀਅਤ ਹੈ, ਇਹ ਕਿਸੇ ਇੱਕ ਦੀ ਨਹੀਂ। ਤੇ ਗੁਰੂ ਨਾਨਕ ਸਾਹਿਬ ਯੂਨੀਵਰਸਲ ਲੈਵਲ ਤੇ ਪ੍ਰੋਬਲਮ ਡਾਇਗਨੋਸ ਕਰਦੇ ਤੇ ਉਹਦਾ ਟ੍ਰੀਟਮੈਂਟ ਵੀ ਬਿਆਨ ਕਰਦੇ। ਇਹੀ ਖੂਬੀ ਹੈ ਬਾਣੀ ਦੀ। ਮਹਾਰਾਜ ਬਿਆਨ ਕਰਦੇ ਕਿ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਫਿਰ ਕਿਹਾ, ਫਿੱਟ ਇਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਕੱਲਾ ਖਾਣਾ ਜ਼ਿੰਦਗੀ ਨਹੀਂ ਹੈ। ਬੰਦੇ ਨੂੰ ਇਹ ਲੱਗਦਾ ਆ ਮੈਨੂੰ ਵੱਧ ਖਾਣ ਨੂੰ ਮਿਲ ਜੇ, ਹੋਰ ਖਾਣ ਨੂੰ ਮਿਲ ਜੇ, ਮੇਰੇ ਮਨ ਭਾਉਂਦਾ ਖਾਣ ਨੂੰ ਮਿਲ ਜੇ, ਜ਼ਿੰਦਗੀ ਬੜੀ ਵਧੀਆ ਹੋਏਗੀ। ਤੇ ਸੌਰੀ ਟੂ ਸੇ, ਸਾਡੇ ਇੱਕ ਵਰਡ ਹੈਗਾ ਆ, ਜਦੋਂ ਅਸੀਂ ਕਿਸੇ ਨੂੰ ਬਹੁਤ ਸ਼ੀਸ਼ਾ ਵਿਖਾਉਣਾ ਹੋਏ ਜਾਂ ਉਹਨੂੰ ਐਗਜ਼ੈਕਟਲੀ ਦੱਸਣੀ ਹੋਏ ਉਹਦੀ ਔਕਾਤ,
ਤੇ ਅਸੀਂ ਕਈ ਵਾਰੀ ਕਹਿੰਦੇ ਆ ਕਿ ਤੈਨੂੰ ਫਟਕਾਰ ਪਵੇ ਜਾਂ ਮਾਫੀ ਚਾਹਾਂਗਾ, ਇਹ ਲਫ਼ਜ਼ ਹੈਗਾ ਫਿੱਟੇ ਮੂੰਹ, ਹੈ ਨਾ, ਫਿੱਟ ਪਵੇ, मतलब अनएक्सेप्टेबल। गुरु साहब बयान करते फिट इवेहा जीविया, ऐसा जीवन किस अर्थ आ, फिटकार पाउण योग आ। ये बंदा बोझ ढो रहा आ। अज धरती ते असीं वड्डे लैवल ते देखते हाँ, मनुक्खां दी दुनिया दे विच ये मुहब्बत दा रंग नहीं हैगा, ते बंदे नूं लगदा आ ऐसे जिउण तो, ऐसे रहण तो, ऐसे होण तो की थुड़िया आ। इहो जी हालत बंदे दी हो जाती है। बाबा नानक जी बयान करते हो, भलिया इस चीज़ नूं समझ, फिट इवेहा जीविया जित खाए वधाया पेट, नानक सच्चे नाम बिन सब हो दुश्मन हेत। हेत कहते ने हितू नूं, हितू हुंदा फ्रेंड, दोस्त, जिहड़ा साडा हित करदा है। मतलब ते असी देखिए सानू लगता है साडे सारे ही दुश्मन ने, साडा कोई भी हितू नहीं हैगा। क्यों? क्योंकि असी आप अपने हितू ही नहीं हैगे। जो मैं अपना हित आप नहीं कर सकता, मेरा हित बाहरों कोई क्यों करेगा। बाबा जी ने बयान किया, एक सज्जन सब सज्जना, एक वैरी सब वाद। जे वो करतारी रंग मेरा सज्जन आ, फिर सारी दुनिया ही मेरी सज्जन है, सारी दुनिया। एक एग्जाम्पल करके वाइंड अप कर देना, समाप्त कर देना। देखो चीज़ों को परसीव करने का तरीका होंदा है। है तो बड़ा लम्मी चौड़ी उदाहरण मौलाना रूमी के दीवान विच है लिखी हुई, फिर वह टूक मात्र एक वेरवा दे देना, फिर समाप्ति करदा। वो च हुंदा यह है कि रूमी ने रहन वास्ते घर बनाया बड़ा आलीशान, ਉਹਦੇ मतलब गलीचे किन्ने कमाल दे, ਉਹਦੀ मीनाकारी उस तो कमाल दी, ਉਹਦੇ पर्दे, ਉਹਦਾ हर चीज़ बड़ी आलीशान। जिस दिन ਉਹਦੀ इनोग्रेशन हुई उन्हें सारे शहर के चंगे लोगों को सद्दिया। हुण रूमी स्कॉलर बंदा, कौन नहीं चाहेगा ਉਹਦੇ सद्दे ते जाना, कौन नहीं चाहेगा ਉਹਦੇ नाल थोड़ा समा बतीत करना। हुण आए लोग, जो लोग आए तो लोग कोई ਉਹਦੇ गलीचे की तारीफ करता आ, कोई ਉਹਦੀ मीनाकारी वेख के हैरान हुंदा आ, कोई किसी रूप दे विच। ये सारी बात हो रही है। ਉਹਦਾ एक बड़ा प्यारा दोस्त सीगा, उन्हें बुलाया रूमी नूं एक कॉर्नर ते, कहंदा उरे आ रूमी। कहंदा हाँ दोस्त दस। कहंदा ओए भलिया मारिया जाएगा। कहंदा की होया? कहंदा मारिया जाएगा बस। और रूमी आ देख लो कि किवें तारीफां कर रहे, सब कुछ हो रहा, इस सारे नाल हंकार वध जाएगा, तो हंकार वधिया होया मार दिंदा बंदे नूं, बस तबाह हो जाएगा। मैनूं लगदा पिया जदों ये गल होई ना, पता की होया? रूमी ने घुट के जफ्फी पा ली उन्होंने। वो कहंदा की होया? कहने लगा कमाल है, खुदा दा किन्ना शुक्र करा तेरे वर्गा दोस्त मिलिया। इस समय विच भी इन्ना फिक्र करदा मेरा। आया असल दे विच गल, हर चीज़ ही तुहाडे हित विच आ, हितू है तुहाडा, मैनूं ही समझ नहीं हैगी। बच्चे नूं सब तो वड्डा दुश्मन पता कौन लगदा? माँ बाप। ते इन डीड जो डीप लैवल ते देखते हैं पता लगता है उही सब तो वड्डा हितू सीगा। बच्चे नूं सब तो वड्डा जिहड़ा एनिमी लगता टीचर, उन्होंने यह नहीं पता उही सब तो वड्डा हितू सीगा। बाबा जी बयान करते हो, भले बंदे तेरा कोई दुश्मन नहीं गा, हितू ने, पर तेनों समझ नहीं है, क्योंकि तेरी अंदर दी प्रवृत्ति जिहड़ी है उन्होंने उस एहसास, वो मैथड नहीं आ रहा। इस करके बचन कीता, नानक सच्चे नाम विण सब हो दुश्मन हेत। जिन्होंने तू हितू समझ के बैठा सारे दुश्मन सीगे, ते जिन्होंने तू दुश्मन समझना सी वो सारे तू हितू समझ के बैठा। हालत यह है वकार अलामतां ये सब ये ईरखा दुआए के चंगे लग रहे ने, जिन्होंने तेनों कुछ चंगे राह ते रोक टोक के चलाना सीगा, उन्हां तेरा हित कोई नहीं है। ये है 100 उलामे दिन है कि राती मिल सहस। ये है फिट इवेहा जीविया, यह है जिनी ना पायो प्रेम रस। पौड़ी दे चगे दा विस्तार है जिहदी बात आउंदे समझ करांगे। अज वास्ते इत्थे समाप्ति। भुलां गलतियां ना चितारिओ जे।
ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਹੋਏ, ਇਹਦੇ ਲਈ ਅਰਦਾਸ ਹੈ। ਇਸ ਅਰਦਾਸ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।